ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਇਸ ਕਦਰ ਜੜ੍ਹਾਂ ਪਸਾਰ ਚੁੱਕੀ ਹੈ ਕਿ ਕੁਝ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਬਾਰੇ ਚਰਚਾ ਕੀਤੇ ਬਿਨਾਂ ਰਿਹਾ ਨਹੀਂ ਜਾ ਸਕਦਾ। ਸਮਾਜ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਰਹੇ ਨੇ। ਪਿਛਲੇ 72 ਘੰਟਿਆਂ ਦੇ ਵਿੱਚ ਨਸ਼ੇੜੀ ਪੁੱਤਾਂ ਨੇ ਆਪਣੀਆਂ ਹੀ ਮਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋ ਐਸੇ ਮਾਮਲੇ ਸਾਹਮਣੇ ਆਏ ਨੇ ਪਠਾਨਕੋਟ ਤੇ ਬਰਨਾਲਾ ਦੇ ਵਿੱਚ, ਜਿਹੜੇ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੇ ਨੇ ਕਿ ਸਮਾਜ ਤੁਰ ਕਿੱਧਰ ਨੂੰ ਰਿਹਾ, ਕਿਉਂਕਿ ਇਹ ਬਹੁਤ ਜ਼ਿਆਦਾ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਆਪਣੇ ਆਪ ਦੇ ਵਿੱਚ। ਇਹਦੇ ਮੁਤਲਕ ਗੱਲਬਾਤ ਕਰਾਂਗੇ। ਸਾਡੇ ਨਾਲ ਮਹਿਮਾਨ ਮੌਜੂਦ ਨੇ। ਸਭ ਤੋਂ ਪਹਿਲਾਂ ਤਾਰੁਫ ਕਰਾ ਦਈਏ ਤੁਹਾਡਾ ਉਹਨਾਂ ਦੇ ਨਾਲ। ਪ੍ਰਿੰਸੀਪਲ ਕੁਲਦੀਪ ਸਿੰਘ ਕਲਸੀ ਜੀ ਨੇ ਸਾਡੇ ਨਾਲ, ਸਿੱਖਿਆ ਮਾਹਰ ਨੇ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ, ਸੋਸ਼ੀਓਲੋਜਿਸਟ ਨੇ ਔਰ ਸਮਾਜਿਕ ਕਦਰਾਂ ਕੀਮਤਾਂ, ਸਮਾਜਿਕ ਮਸਲਿਆਂ ਦੇ ਉੱਤੇ ਬਹੁਤ ਡੂੰਘੀ ਪਕੜ ਰੱਖਦੇ ਨੇ। ਤੇ ਸਾਡੇ ਨਾਲ ਡਾਕਟਰ ਤਰਲੋਚਨ ਸਿੰਘ ਰਹਿਣਗੇ ਔਰ ਗੱਲਬਾਤ ਕਰਾਂਗੇ ਤਮਾਮ ਇਸੇ ਚੀਜ਼ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਹ ਅਲਾਮਤ ਹੈ ਜਿਹੜੀ ਨਸ਼ਾ ਹੈ ਕਿਉਂ ਖਤਮ ਨਹੀਂ ਹੋ ਰਿਹਾ, ਸਮਾਜ ਨੂੰ ਕਿਉਂ ਪ੍ਰਭਾਵਿਤ ਕਰ ਰਿਹਾ ਤੇ ਕੀ ਸਾਈਕੀ ਹੁੰਦੀ ਹੈ ਇੱਕ ਜਿਹੜਾ ਨਸ਼ੇ ਦੇ ਵਿੱਚ ਲਿਪਤ ਹੁੰਦਾ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ ਜੀ। ਮਨਜੀਤ ਜੀ ਤੋਂ ਪਹਿਲਾਂ ਸਵਾਲ ਲਵਾਂਗੇ। ਮਨਜੀਤ ਜੀ, ਜਿਸ ਤਰ੍ਹਾਂ ਦੀਆਂ ਇਹ ਚੀਜ਼ਾਂ ਨੇ, ਜਿਵੇਂ ਹੁਣ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ, ਪਠਾਨਕੋਟ ਤੇ ਬਰਨਾਲਾ ਦੇ ਵਿੱਚ ਦੋ ਕਤਲ ਹੋਏ ਨੇ, ਪੁੱਤਾਂ ਨੇ ਹੀ ਮਾਵਾਂ ਨੂੰ ਮਾਰਤਾ ਤੇ ਇਹਦਾ ਜਿਹੜਾ ਕੌਜ਼ ਸੀ ਨਸ਼ਾ ਸੀ। ਦੇਖੋ, ਵੈਸੇ ਤਾਂ ਜਿਹੜੇ ਮਨੁੱਖੀ ਰਿਸ਼ਤੇ ਹੈਗੇ ਉਹ ਵੈਸੇ ਬਹੁਤ ਕਮਜ਼ੋਰ ਹੋ ਗਏ ਆ। ਜਿਵੇਂ ਜਿਵੇਂ ਮੰਡੀਕਰਨ ਸਾਡੇ ਜੀਵਨ ਦਾ ਹੁੰਦਾ ਤੇ ਰਿਸ਼ਤਿਆਂ ਦਾ ਵੀ ਮੰਡੀਕਰਨ ਗਗਨ ਜੀ ਹੋ ਜਾਂਦਾ। ਇਹਦਾ ਮਤਲਬ ਇਹ ਆ ਕਿ ਸਭ ਤੋਂ ਬੜਾ ਰੁਪਈਆ, ਜੇ ਪੈਸਾ ਆ ਤੇ ਪਿਆਰ ਆ, ਜੇ ਪੈਸਾ ਨਹੀਂ ਤੇ ਤੂੰ ਕੌਣ ਤੇ ਮੈਂ ਕੌਣ। ਜਿਹੜੇ ਸਾਡੇ ਰਵਾਇਤੀ ਪਿੰਡ 'ਚ ਭਾਈਚਾਰਕ ਰਿਸ਼ਤੇ ਹੁੰਦੇ ਸੀ ਉਹ ਇੱਕ ਦੂਜੇ ਦੇ ਉੱਤੇ ਨਿਰਭਰਤਾ 'ਚੋਂ ਨਿਕਲਦੇ ਸੀਗੇ। ਇਸੇ ਤਰੀਕੇ ਨਾਲ ਜਿਹੜਾ ਕਿਨਸ਼ਿਪ ਰਿਲੇਸ਼ਨ ਆ, ਰਿਸ਼ਤੇਦਾਰੀਆਂ ਦੇ ਰਿਸ਼ਤੇ ਸੀਗੇ, ਉਹ ਵੀ ਉਹਦੇ ਵੀ ਕਈ ਕਾਰਨ ਸੀ। ਇਮੋਸ਼ਨਲ ਕਾਰਨ ਤੇ ਚਲੋ ਸੀਗੇ ਹੀ ਸੀਗੇ, ਪਰ ਉਹਦੇ ਆਰਥਿਕ ਕਾਰਨ ਵੀ ਹੈਗੇ ਆ, ਸਮਾਜਿਕ ਕਾਰਨ ਵੀ ਹੈਗੇ ਆ, ਰਾਜਨੀਤਿਕ ਕਾਰਨ ਵੀ ਹੁੰਦੇ ਆ। ਜਿਹੜੇ ਸਾਰੇ ਇਹ ਵੱਡੇ ਵੱਡੇ ਸਾਡੇ ਪਰਿਵਾਰ ਸੀਗੇ, ਕਿਨਸ਼ਿਪ ਸੀ, ਭੂਆ ਤਾਂ ਚਾਚੀ ਤਾਈ ਫੁੱਫੀ, ਇਹ ਸਾਰਾ ਕੁਝ ਜਿਹੜਾ ਰਿਸ਼ਤੇਦਾਰੀਆਂ ਚੱਲਦੀਆਂ, ਉਹ ਸਾਰੇ ਦਾ ਸਾਰਾ ਤਾਣਾ ਬਾਣਾ ਪਿਛਲੇ 50-60 ਸਾਲਾਂ 'ਚ ਬਹੁਤ ਕਮਜ਼ੋਰ ਪਿਆ। ਇੱਕ ਕਾਰਨ ਤੇ ਇਹ ਹੈਗਾ। ਪਰ ਜਿਹੜੇ ਤੁਸੀਂ ਖਾਸ ਜਿਹੜੇ ਹੁਣ ਦੇ ਅੱਜ ਦੇ ਕਾਰਨ ਸਮਝਦੇ ਆ, ਉਹਦਾ ਕਾਰਨ ਮੁੱਖ ਤੌਰ ਦੇ ਉੱਤੇ ਤੇ ਜਿਹੜਾ ਨਸ਼ਾ ਆ, ਜਦੋਂ ਵੈਸੇ ਤੇ ਡਾਕਟਰ ਤਰਲੋਚਨ ਸਿੰਘ ਹੁਣੀ ਦੱਸਣਗੇ, ਮਾਈਂਡ ਸਾਡੀ ਇੱਕ ਵਿਲ ਆ। ਦੇਖੋ, ਬਾਡੀ ਤੇ ਮਾਈਂਡ ਦਾ ਰਿਲੇਸ਼ਨ ਬੜਾ ਫਿਲਾਸਫੀਕਲ ਸਵਾਲ, ਓਲਡ ਡਿਬੇਟ ਆ ਇਹ ਸਾਰੀ। ਮਾਈਂਡ ਬਾਡੀ ਦੀ, ਸਰੀਰ ਦੀ ਤੇ ਤੁਹਾਡੀ ਸੋਚ ਦੀ। ਹੁਣ ਚੰਗਾ ਸਰੀਰ ਤੇ ਚੰਗੀ ਸੋਚ ਹੈ, ਜੇ ਸੋਚ ਮਾੜੀ ਹੈ ਤੇ ਸਰੀਰ ਨੂੰ ਵੀ ਉਹ ਕਈ ਵਾਰੀ ਕਮਜ਼ੋਰ ਕਰਦੀ ਆ, ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ। ਹਾਂਜੀ, ਪਰ ਜਦੋਂ ਨਸ਼ਾ ਕਰਦੇ ਆ ਤੇ ਨਸ਼ਾ ਵੈਸੇ ਤੇ ਹਰ ਚੀਜ਼ 'ਚ ਮਾੜਾ ਮੋਟਾ ਨਸ਼ਾ ਆ ਤੇ ਨਸ਼ਾ ਦੂਰ ਕਰਨਾ, ਚਾਹ ਵੀ ਨਸ਼ਾ ਦੂਰ ਕਰਦੀ ਆ, ਜਾਂ ਕਿਸੇ ਮਾੜੀ ਮੋਟਾ ਨਸ਼ੇ ਵਾਲੀ ਆਪਾਂ ਕੌਫੀ ਪੀਨੇ ਜਾਂ ਕੁਛ ਵੀ ਹੈ, ਇਹ ਡਾਕਟਰ ਸਾਹਿਬ ਜ਼ਿਆਦਾ ਕਹਿ ਸਕਦੇ। ਪਰ ਮੈਂ ਜਿਹੜਾ ਕਹਿੰਦਾ, ਜਦੋਂ ਨਸ਼ਾ ਇਸ ਪੱਧਰ ਤੇ ਚਲੇ ਜਾਂਦਾ ਕਿ ਉਹ ਸਾਡੀ ਜਿਹੜੀ ਵਿਲ ਹੈ, ਸਾਡੀ ਜਿਹੜੀ ਸੋਚ ਹੈ, ਉਸ ਨੂੰ ਆਪਣੇ ਗੁਲਾਮ ਕਰ ਲੈਂਦਾ, ਉਹ ਬੰਦਾ ਫਿਰ ਤੁਰਿਆ ਤੇ ਫਿਰਦਾ, ਉਹਦੀ ਆਪਣੀ ਵੱਸ 'ਚ ਨਹੀਂ ਰਹਿੰਦੀ। ਉਹਨੂੰ ਕ੍ਰੇਵਿੰਗ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਸ ਦੇ ਬਾਡੀ ਤੇ ਆਤਮਾ ਤੇ ਔਰ ਉਹਦੇ ਸੋਚ ਤੇ ਕੰਟਰੋਲ ਉਹ ਨਸ਼ਾ ਕਰ ਜਾਂਦਾ। ਇੰਝ ਕਹਿ ਲਓ ਤੁਸੀਂ ਮੋਟੇ ਤੌਰ ਤੇ। ਇਹੀ ਕਾਰਨ ਹੈ ਕਿ ਜਦ ਨਸ਼ੇ ਦੀ ਬਹੁਤ ਵੱਡੀ ਗਗਨ ਜੀ ਟੋਟ ਆਉਂਦੀ ਹੈ ਤਾਂ ਉਸਨੂੰ ਕੁਛ ਨਜ਼ਰ ਨਹੀਂ ਆਉਂਦਾ। ਉਹਨੂੰ ਇਹ ਨਹੀਂ ਆ ਕਿ ਸਮਾਜਿਕ ਮੇਰੇ ਰੁਤਬੇ ਦਾ ਕੀ ਬਣੂ, ਲੋਕ ਮੈਨੂੰ ਕੀ ਕਹਿਣਗੇ, ਮੇਰੀ ਮਾਂ। ਮੈਨੂੰ ਲੱਗਦਾ ਮਨਜੀਤ ਜੀ, ਲੋਕਾਂ ਵਾਸਤੇ ਸਮਾਜਿਕ ਤੌਰ ਤੇ ਉਹ ਰਿਸ਼ਤਾ ਹੁੰਦਾ ਕਿ ਮੁੰਡੇ ਨੇ ਆਪਣੀ ਮਾਂ ਮਾਰਤੀ, ਪਰ ਮੈਨੂੰ ਲੱਗਦਾ ਉਹਦੇ ਲਈ ਇਹ ਚੀਜ਼ਾਂ ਸ਼ਾਇਦ ਇੱਕ ਨਸ਼ੇੜੀ ਦੇ ਲਈ ਮਾਇਨੇ ਨਹੀਂ ਰੱਖਦੀਆਂ ਹੋਣੀਆਂ ਕਿ ਮੇਰਾ ਰਿਸ਼ਤਾ ਕੀ ਰਹਿ ਗਿਆ। ਨਹੀਂ, ਬਿਲਕੁਲ ਨਹੀਂ। ਉਹਨੂੰ ਤੇ ਮਾਂ ਥੋੜੀ ਦੇਖਦੀ ਆ, ਉਹਨੂੰ ਤੇ ਆਪਣਾ, ਕਿਉਂਕਿ ਉਹ ਅਸਲ 'ਚ ਨੋਰਮਲ ਬਿਹੇਵੀਅਰ, ਨੋਰਮਲ ਜਿਹੜਾ ਉਹਦਾ ਵਤੀਰਾ ਰਹਿੰਦਾ ਹੀ ਨਹੀਂ ਹੈ। ਉਸਨੂੰ ਉਹ ਛਣ ਐਵੇਂ ਲੱਗਦਾ ਜਾਂ ਮੈਂ ਮਰ ਗਿਆ ਜਾਂ ਮੈਂ ਕਿਸੇ ਨੂੰ ਮਾਰ ਦਵਾਂ, ਮੈਨੂੰ ਮਿਲਣਾ ਚਾਹੀਦਾ। ਇਸੇ ਕਰਕੇ ਇਹਦੇ ਤੇ ਦੋਵੇਂ ਚੀਜ਼ਾਂ ਹੀ, ਇੱਕ ਤੇ ਨਸ਼ੇ ਛਡਾਉਣ ਦੇ ਕਿਵੇਂ ਤੌਰ ਤਰੀਕੇ ਹੋਣੇ ਚਾਹੀਦੇ ਆ, ਉਹਦਾ ਇੱਕ ਸਿਸਟਮ ਹੈਗਾ ਵਾ, ਉਹ ਬੜਾ ਸਟੈਂਡਰਡ ਸਿਸਟਮ ਆ, ਡਰੱਗ ਡੀ ਐਡਿਕਸ਼ਨ ਸੈਂਟਰਾਂ 'ਚ ਵਰਤਿਆ ਜਾਂਦਾ। ਦੂਜਾ ਮਨੋਵਿਗਿਆਨਿਕ ਤੇ ਸਮਾਜਿਕ ਤੌਰ ਤੇ ਉਸ ਬੰਦੇ ਨੂੰ ਰੀਹੈਬਿਲਿਟੇਟ ਕਰਨਾ। ਇਸੇ ਕਰਕੇ ਜਦੋਂ ਰਾਜਨੀਤਿਕ ਲੋਕ, ਮੈਂ ਲਾਸਟ ਗੱਲ ਕਹਿਣਾ ਗਗਨ ਜੀ, ਰਾਜਨੀਤਿਕ ਲੋਕ ਜਦੋਂ ਕਹਿੰਦੇ ਅਸੀਂ ਨਸ਼ੇ ਖਤਮ ਕਰਦੇ ਜੀ, 40,000 ਬੰਦਾ ਚੱਕ ਕੇ ਜੇਲ੍ਹ 'ਚ ਦੇ ਦਿੱਤਾ,
ਅਰੇ ਉਹ ਤੇ ਪਹਿਲਾਂ ਹੀ ਵਿਚਾਰੇ ਮਰੇ ਹੋਏ ਆ, ਉਹਨਾਂ ਨੂੰ ਤੁਸੀਂ ਜੇਲ੍ਹ 'ਚ ਦੇ ਕੇ ਨਸ਼ੇ ਕਿਵੇਂ ਖਤਮ ਕਰਤੇ ਤੁਸੀਂ? ਇਹ ਅਸਲ 'ਚ ਨਸ਼ੇ ਤੇ ਖਤਮ ਤਾਂ ਹੋਣਗੇ ਜੇ ਬੰਦਿਆਂ ਨੂੰ ਨਾਰਮਲ ਜੀਵਨ ਅਸੀਂ ਦੇ ਦਾਂਗੇ ਤੇ ਨਸ਼ਿਆਂ ਤੋਂ ਉਹਨਾਂ ਨੂੰ ਬਾਹਰ ਕਰ ਦਾਂਗੇ। ਜੇਲ੍ਹ 'ਚ ਦੇਣ ਨਾਲ ਨਸ਼ਾ ਮੁਕਤੀ ਨਹੀਂ। ਠੀਕ ਹੈ। ਅੱਛਾ ਡਾਕਟਰ ਤਰਲੋਚਨ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਕਲਸੀ ਜੀ ਤੋਂ ਵੀ ਆਪਾਂ ਕਮੈਂਟ ਲੈਂਦੇ ਹਾਂ। ਤੁਸੀਂ ਡਾਕਟਰ ਸਾਹਿਬ ਬਰੀਫ ਦੇ ਵਿੱਚ ਥੋੜ੍ਹਾ ਜਿਹਾ ਸਮਝਾਂਗੇ ਇਹ ਜਿੱਦਾਂ ਦੇ ਮਾਮਲੇ ਨੇ, ਜਿਵੇਂ ਮੈਂ ਕਹਿ ਕੇ ਹਟਿਆ, ਮਨਜੀਤ ਜੀ ਦੇ ਨਾਲ ਗੱਲ ਚੱਲਦੀ ਸੀ ਕਿ ਨਸ਼ੇੜੀ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਕਿ ਮੇਰਾ ਭਰਾ ਹੈ, ਮੇਰੀ ਮਾਂ ਹੈ, ਜਾਂ ਜਿਵੇਂ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਉਂਦੀਆਂ ਨੇ ਕਿ ਆਪਣੀਆਂ ਹੀ ਧੀਆਂ ਦੇ ਨਾਲ ਜਿਹੜੀ ਹੈ ਕੁਕਰਮ ਤੱਕ ਵੀ ਕੀਤੇ ਗਏ ਨੇ। ਇਸ ਤਰ੍ਹਾਂ ਦੇ ਨਸ਼ੇੜੀ ਜਿਹੜੇ ਕਈ ਪਿਓ ਹੈਗੇ ਨੇ, ਭਰਾਵਾਂ ਨੇ ਭੈਣਾਂ ਨਾਲ ਕੀਤਾ, ਜਾਂ ਜੋ ਵੀ ਕਹਿ ਲਓ ਕਿ ਜਿਹਨੂੰ ਆਪਾਂ ਜੇ ਇੱਥੇ ਬੋਲੀਏ ਵੀ ਤਾਂ ਵੀ ਸ਼ਰਮ ਦੇ ਨਾਲ ਸਿਰ ਝੁਕਦਾ, ਤਾਂ ਉਹਨਾਂ ਦੇ ਲਈ ਇੱਕ ਸਾਈਕੀ ਬਹੁਤ ਉਹਨਾਂ ਦੀ ਇਸ ਤਰ੍ਹਾਂ ਹੋ ਜਾਂਦੀ। ਔਰ ਰੋਡ ਰੇਜ ਦੇ ਮਾਮਲੇ ਆਉਂਦੇ ਨੇ, ਔਰ ਜਦੋਂ ਨਸ਼ੇੜੀ ਕਿਸੇ ਦੇ ਨਾਲ ਗੱਡੀ ਲੱਗਦੀ ਹੈ ਤਾਂ ਕਤਲ ਤੱਕ ਹੋ ਜਾਂਦੇ ਨੇ, ਨਿੱਕੀ ਜਿਹੀ ਚੀਜ਼ ਨੂੰ ਲੈ ਕੇ ਇੰਨੇ ਹਾਈ ਹੋ ਜਾਂਦੇ ਨੇ। ਬਿਲਕੁਲ, ਦੇਖੋ ਪ੍ਰੋਫੈਸਰ ਸਾਹਿਬ ਨੇ ਬੜਾ ਅੱਛਾ ਦੱਸਿਆ ਕਿ ਜਿਹੜਾ ਮਾਹੌਲ ਆ, ਐਨਵਾਇਰਨਮੈਂਟਲ ਸਟ੍ਰੈਸਰ ਨੇ, ਚਾਹੇ ਕਿਸੇ ਦੇ ਪਰਿਵਾਰ ਦੀ ਹਿਸਟਰੀ ਆ, ਉਹਦੇ ਪਰਿਵਾਰ ਦੇ ਵਿੱਚ ਕੁਝ ਪੈਥੋਲੋਜੀਕਲ ਬਿਮਾਰ ਮਾਨਸਿਕਤਾ ਜਾਂ ਮਾਹੌਲ ਪਰਿਵਾਰ ਦਾ, ਜਾਂ ਕੋਈ ਬਚਪਨ ਦੇ ਵਿੱਚ ਕਿਸੇ ਨਾਲ ਧੱਕਾ ਹੋ ਗਿਆ, ਜਾਂ ਕਿਸੇ ਤਰੀਕੇ ਦਾ ਸਟ੍ਰੈਸਰ ਹੋ ਗਿਆ, ਜਾਂ ਕਿਸੇ ਨੂੰ ਮਾਨਸਿਕ ਬਿਮਾਰੀ ਕਿਸੇ ਵੀ ਕਾਰਨ ਕਰਕੇ ਦੁਖੀ ਰਹਿਣ, ਕਿ ਡਿਪਰੈਸ਼ਨ, ਐਂਗਜ਼ਾਇਟੀ, ਜਾਂ ਬੰਦੇ ਦੇ ਕੋਈ ਰਿਸ਼ਤੇ ਨਾਤੇ ਜਾਂ ਕੋਈ ਕੰਮ ਕਾਰ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਐਨਵਾਇਰਨਮੈਂਟਲ ਸਟ੍ਰੈਸਰ ਆ ਗਏ ਤਾਂ ਕਰਕੇ ਉਹ ਬੰਦਾ ਪਰੇਸ਼ਾਨੀ ਜਾਂਦਾ। ਤੇ ਅਸੀਂ ਬਹੁਤੀ ਵਾਰ ਦੇਖਦੇ ਹਾਂ ਕਿ ਨਸ਼ਾ ਪਹਿਲੀ ਵਾਰ ਜਦੋਂ ਬੰਦੇ ਕਰਦੇ ਨੇ ਤਾਂ ਉਹ ਹੱਲ ਲੱਭਣ ਲਈ ਕਰਦੇ, ਆਨੰਦ ਲੈਣ ਲਈ ਕਰਦੇ ਨੇ, ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਲਈ ਇਹਦਾ ਜੂਗਾ ਤੇ ਬਿਮਾਰੀ ਬਣ ਜੂਗੀ। ਪਰ ਸਾਡਾ ਉਹ ਇਸ ਤਰੀਕੇ ਨਾਲ ਉਹਦੀ ਹੋਈ ਹੈ, ਜਿਹੜਾ ਵੀ ਅਨੁਭਵ, ਜੋ ਵੀ ਸਾਨੂੰ ਆਨੰਦ ਦਾ ਜਾਂ ਇੱਕ ਵਾਰ ਸਾਨੂੰ ਥੋੜਾ ਜਿਹਾ ਵੀ ਮਜ਼ਾ ਦੇ ਦੇ ਤਾਂ ਉਸ ਨੂੰ ਬਾਰ-ਬਾਰ ਕਰਨ ਲਈ ਮੋਟੀਵੇਟ ਹੋ ਜਾਂਦੇ ਆ। ਤਾਂ ਨਸ਼ੇ ਦੇ ਵਿੱਚ ਵੀ ਇਹੀ ਹੁੰਦਾ ਕਿ ਉਹਦੀ ਪਦਾਰਥਕ ਬਣਤਰ ਇਸ ਤਰ੍ਹਾਂ ਦੀ, ਉਹ ਸਬਸਟੈਂਸ ਇਹੋ ਜਿਹਾ ਕਿ ਸਾਡੇ ਬਹੁਤ ਸਾਰੇ ਫੰਕਸ਼ਨਸ ਨੂੰ ਆਲਟਰ ਕਰ ਦਿੰਦਾ, ਜਿਹਦੇ ਕਰਕੇ ਅਸੀਂ ਟੈਂਪਰੇਰੀ ਰਿਐਲਿਟੀ ਤੋਂ ਦੂਰ ਚਲੇ ਜਾਂਦੇ ਹਾਂ। ਉਹ ਦੂਰ ਸਾਨੂੰ ਆਨੰਦ ਮਹਿਸੂਸ ਹੁੰਦਾ, ਰਿਲੈਕਸ ਮਹਿਸੂਸ ਹੁੰਦਾ, ਤੇ ਅਸੀਂ ਵਾਰ-ਵਾਰ ਇਸ ਨੂੰ ਭੱਜਦੇ ਹਾਂ। ਤੇ ਲੰਬੇ ਸਮੇਂ ਲਈ ਜਦੋਂ ਇਸ ਚੀਜ਼ ਨੂੰ ਲੈ ਲੈਂਦੇ ਹਾਂ ਤਾਂ ਫਿਰ ਬ੍ਰੇਨ ਦੀ ਆਦੀਪੁਣਾ ਹੈਬਚੁਅਲ ਹੋ ਜਾਂਦਾ, ਜਿਹਨੂੰ ਆਪਾਂ ਆਦੀਪੁਣਾ ਕਹਿ ਦਈਏ। ਲੌਜੀਕਲ ਥਿੰਕਿੰਗ ਹੋ ਗਈ, ਡਿਸੀਜਨ, ਸਾਡੀ ਦੀ ਕੈਪੈਸਿਟੀ ਹੋ ਗਈ, ਤੇ ਜੋ ਵੀ ਅਸੀਂ ਐਕਸ਼ਨ ਕਰਦੇ ਹਾਂ ਉਹਦੇ ਕੀ ਨਤੀਜੇ ਆਉਣਗੇ, ਇਸ ਨੂੰ ਭਾਂਪਣ ਦੀ ਜਿਹੜੀ ਸ਼ਕਤੀ ਆ ਉਹ ਸਾਰੀਆਂ ਡੈਮੇਜ ਹੋ ਜਾਂਦੀਆਂ ਨੇ। ਫਿਰ ਅਸੀਂ ਜੋ ਵੀ ਐਕਸ਼ਨ ਕਰਦੇ ਹਾਂ ਉਹ ਹਿੱਸਾ ਕੰਮ ਕਰਨੋਂ ਹੀ ਹਟ ਜਾਂਦਾ ਜੋ ਇਸ ਚੀਜ਼ ਦੇ ਬਾਰੇ ਸੋਚ ਸਕਦਾ ਕਿ ਚੰਗੇ ਆਉਣਗੇ ਜਾਂ ਮਾੜੇ ਆਉਣਗੇ, ਕਿਉਂਕਿ ਉਹ ਤਾਂ ਹਿੱਸਾ ਹੀ ਖਤਮ ਹੋ ਗਿਆ ਚੰਗਾ ਮਾੜਾ ਦੱਸਣ ਵਾਲਾ। ਫਿਰ ਜੋ ਵੀ ਕਰਦੇ ਹਾਂ ਨਸ਼ੇ ਦੀ ਪ੍ਰਾਪਤੀ ਲਈ ਕਰਦੇ ਹਾਂ, ਚੰਗਾ ਮਾੜੇ ਵਾਲਾ ਤਾਂ ਕੰਸੈਪਟ ਖਤਮ ਹੀ ਹੋ ਗਿਆ। ਜਿਸ ਬ੍ਰੇਨ ਨੇ ਇਸ ਨੂੰ ਪ੍ਰੋਸੈਸ ਕਰਨਾ, ਉਹ ਬ੍ਰੇਨ ਦਾ ਹਿੱਸਾ ਡੈਮੇਜ ਹੋ ਗਿਆ ਨਸ਼ੇ ਦੀ ਲਗਾਤਾਰ ਮਾਤਰਾ ਹੋਣ ਕਰਕੇ। ਪਰ ਇਹ ਇਸੇ ਕਰਕੇ ਉਹਨਾਂ ਲਈ ਜੋ ਮਦਦ ਪਹਿਲ ਕਰਦੀ ਹੈ ਚੀਜ਼, ਉਹ ਪਲੇਜ਼ਰ ਆ, ਆਨੰਦਾਂ ਦੇ ਲੈਣ ਵਾਸਤੇ। ਇਸ ਕਰਕੇ ਕੋਈ ਰਿਸ਼ਤਾ ਠੀਕ ਹੈ, ਕੋਈ ਸਿਰਫ ਆਨੰਦ ਔਰ ਥੋੜੀ ਦੇਰ ਦਾ ਆਨੰਦ ਹੈ। ਠੀਕ ਹੈ, ਠੀਕ ਹੈ, ਉਹ ਹਿੱਸਾ ਚਲੋ ਠੀਕ ਹੈ। ਅੱਛਾ ਕਲਸੀ ਸਾਹਿਬ, ਇੱਕ ਚੀਜ਼ ਥੋੜੀ ਜਿਹੀ ਸਮਝਾਂਗੇ ਕਿ ਅਪਬ੍ਰਿੰਗਿੰਗ ਦਾ ਕਿੱਡਾ ਕੁ ਰੋਲ ਰਹਿੰਦਾ ਹੈ, ਪਾਲਣ ਪੋਸ਼ਣ ਜਿਹਨੂੰ ਆਪਾਂ ਕਹਿ ਲਈਏ, ਜਾਂ ਮੁੱਢਲੀ ਸਕੂਲਿੰਗ ਦੀ ਗੱਲ ਕਰ ਲਈਏ, ਕਿ ਕਿੰਨਾ ਉਹਦਾ ਕਿੰਨਾ ਕੁ ਰੋਲ ਰਹਿੰਦਾ ਹੈ, ਕਿ ਕਿਸੇ ਉਮਰ ਦੇ ਵਿੱਚ ਵੀ ਬਦਲਾਅ ਹੋ ਜਾਂਦਾ ਕਿ ਨਹੀਂ ਅਸਰ ਹੁੰਦਾ ਪਾਲਣ ਪੋਸ਼ਣ ਦਾ? ਗਗਨ ਜੀ, ਮੈਂ ਜਿੱਥੋਂ ਤੱਕ ਐਜ਼ ਐਜੂਕੇਸ਼ਨਿਸਟ ਸੋਚਦਾ ਹੈ ਕਿ ਜਿਹੜੇ ਬੰਦੇ ਦੀ ਸੋਚ ਹੁੰਦੀ ਹੈ ਸਮਾਜਿਕ ਵਾਤਾਵਰਨ ਦੀ ਉਪਜ ਹੁੰਦੀ ਹੈ, ਉਹ ਚਾਹੇ ਪਰਿਵਾਰ ਦਾ ਹੋਵੇ ਚਾਹੇ ਆਲੇ ਦੁਆਲੇ ਦਾ ਹੋਵੇ। ਤਾਂ ਜਿਸ ਤਰ੍ਹਾਂ ਦਾ ਸਮਾਜ ਮੈਂ ਸੋਚਦਾ ਅਸੀਂ ਸਿਰਜਿਆ ਹੈ ਇਸ ਵੇਲੇ, ਉਹ ਇੱਕ ਸੱਭਿਅਕ ਸਮਾਜ ਨਹੀਂ ਹੈ। ਉਹਦੇ 'ਚ ਬਹੁਤ ਸਾਰੀਆਂ ਕੁਰੀਤੀਆਂ ਨੇ, ਉਹਨਾਂ ਕੁਰੀਤੀਆਂ ਦੇ ਵਿੱਚੋਂ ਉਹਦੇ ਕਈ ਸਾਰੇ ਆਰਥਿਕ, ਸਮਾਜਿਕ, ਰਾਜਨੀਤਿਕ, ਭੂਗੋਲਿਕ, ਧਾਰਮਿਕ ਬਹੁਤ ਸਾਰੇ ਕਾਰਨ ਨੇ ਕਿ ਅਸੀਂ ਇੱਕ ਬਹੁਤ ਸਾਰਾ ਇਕੁਇਟੇਬਲ ਸੁਸਾਇਟੀ ਸਿਰਜ ਨਹੀਂ ਸਕੇ। ਸਮਾਜ ਵਿੱਚ ਬਹੁਤ ਸਾਰੀਆਂ ਆਰਥਿਕ ਸਮਾਨਤਾਵਾਂ ਨੇ। ਅਸੀਂ ਉਸ ਦੇਸ਼ ਦੇ ਵਸਿੰਦੇ ਹਾਂ ਜਿਹਦੀ 1% ਪਾਪੂਲੇਸ਼ਨ 70% ਇਨਕਮ ਲੈ ਰਹੀ ਹੈ, 70% ਪਾਪੂਲੇਸ਼ਨ ਨੂੰ 1% ਇਨਕਮ ਆ ਰਹੀ ਹੈ, 1/3 ਪਾਪੂਲੇਸ਼ਨ ਬਿਲੋ ਪਾਵਰਟੀ ਲਾਈਨ ਰਹਿ ਰਹੀ ਹੈ, ਅਨਪੜ੍ਹਤਾ ਹੈ, ਬੇਰੁਜ਼ਗਾਰੀ ਹੈ। ਔਰ ਇਹ ਸਾਰੀਆਂ ਜਿਹੜੀਆਂ ਅਲਾਮਤਾਂ ਨੇ, ਉਹ ਅਲਾਮਤਾਂ ਦੇ ਵਿੱਚੋਂ ਜੋ ਸਮਾਜਿਕ ਵਾਤਾਵਰਨ ਉਪਜਦਾ ਹੈ, ਉਸ ਦੇ ਵਿੱਚੋਂ ਜੋ ਇਨਸਾਨ ਪੈਦਾ ਹੁੰਦਾ ਹੈ, ਉਹਦੀ ਸੋਚ ਉਪਜਦੀ ਹੈ। ਜੇ ਤੁਹਾਡੇ ਕੋਲ ਕੰਮ ਕਰਨ ਨੂੰ, ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਕੋਲ ਕੰਮ ਕਰਨ ਨੂੰ ਤੁਸੀਂ ਸਮਾਜਿਕ ਅਪਬ੍ਰਿੰਗਿੰਗ ਬੜੀ ਅੱਛੀ ਕੀਤੀ ਹੈ, ਪਰ ਤੁਹਾਨੂੰ ਜਦੋਂ ਜਾ ਕੇ ਸਮਾਜ ਦੀਆਂ ਜਿਹੜੀਆਂ ਔਕੜਾਂ ਨੇ ਉਹਨਾਂ ਨਾਲ ਸਾਹਮਣਾ ਕਰਨਾ ਪੈਂਦਾ ਹੈ, ਤੁਸੀਂ ਪੜ੍ਹ ਲਿਖ ਕੇ ਵੀ ਰੁਜ਼ਗਾਰ ਨਹੀਂ ਮਿਲਦਾ ਤੁਹਾਨੂੰ। ਤਾਂ ਅਜਿਹੇ ਵਿੱਚ, ਔਰ ਜੋ ਤੁਸੀਂ ਇਹ ਦੇਖੋ ਕਿ ਤੁਹਾਡੇ ਰਾਜਨੀਤੀਵਾਨ ਜਿਨ੍ਹਾਂ ਨੇ ਨਸ਼ੇ ਰੋਕਣੇ ਨੇ, ਪੁਲਿਸ ਨੇ ਨਸ਼ੇ ਰੋਕਣੇ ਨੇ, ਉਹ ਵੇਚ ਰਹੇ ਨੇ।
ਜਦੋਂ ਤੁਸੀਂ ਇਸ ਤਰ੍ਹਾਂ ਦਾ ਵਾਤਾਵਰਨ ਦਿਓਗੇ ਤਾਂ ਅਜਿਹੇ ਵਾਤਾਵਰਨ ਦੇ ਵਿੱਚੋਂ ਤੁਹਾਨੂੰ ਇਹੋ ਜਿਹਾ ਕੁਝ ਲੱਗੇਗਾ। ਔਰ ਦੂਸਰਾ ਮੈਨੂੰ ਲੱਗਦਾ ਹੁੰਦਾ ਹੈ, ਖਾਸ ਤੌਰ ਤੇ ਜੋ ਮਨਜੀਤ ਜੀ ਗੱਲ ਕਰ ਰਹੇ ਸੀ ਕਿ LPG ਦਾ ਦੌਰ ਹੈ, ਸਾਡਾ 89 ਤੋਂ onward ਦਾ ਦੌਰ, ਉਸ ਦੌਰ ਵਿੱਚ ਤਾਂ ਇੱਕ ਬਹੁਤ ਬੈਡ ਇਫੈਕਟ ਪਿਆ ਕਿ ਬੰਦਾ ਹਿਊਮਨ ਬੀਇੰਗ ਜਿਹੜਾ ਉਹ ਸੈਂਟਰਲਾਈਜ਼ਡ ਹੋ ਗਿਆ, ਆਪਣੇ ਤੋਂ ਉੱਪਰ ਹੋਰ ਸੋਚਦਾ ਹੀ ਕੁਝ ਨਹੀਂ ਹੈ, ਸਿਰਫ ਮੈਂ ਮੇਰੀ ਸੋਚ ਹੈ, ਉਹਦਾ ਆਲਾ ਦੁਆਲਾ। ਇਸ ਨੂੰ ਅਸੀਂ ਇੱਕ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਵੀ ਸਮਾਜਿਕ ਦ੍ਰਿਸ਼ਟੀ ਤੋਂ ਐਲੀਨੇਸ਼ਨ ਦੀ ਥਿਊਰੀ ਕਹਿੰਦੇ ਅਸੀਂ, ਹਰਬਰਟ ਮਾਰਕੂਸੇ ਦੀ ਥਿਊਰੀ ਹੈ ਕਿ ਮਨੁੱਖ ਦੇ ਵਿੱਚ ਅਲਗਾਵਵਾਦ ਦੀਆਂ ਪ੍ਰਵਿਰਤੀਆਂ ਆ ਗਈਆਂ। ਉਹ ਸਾਰਾ ਕੁਝ ਜਿਸ ਤਰ੍ਹਾਂ ਦਾ ਅਸੀਂ ਡਿਵੈਲਪਮੈਂਟ ਮਾਡਲ ਸਿਰਜਿਆ, ਜਿਸ ਤਰ੍ਹਾਂ ਦਾ ਸਾਡਾ ਸਿੱਖਿਆ ਦਾ ਮਾਹੌਲ ਹੈ, ਜਿਸ ਤਰ੍ਹਾਂ ਦਾ ਸਾਡਾ ਰਾਜਨੀਤਿਕ ਮਾਹੌਲ ਹੈ, ਔਰ ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਦੇ ਵਾਤਾਵਰਨ ਉਪਜਿਆ, ਉਸ ਵਾਤਾਵਰਨ ਵਿੱਚੋਂ ਅਜਿਹੇ ਇਨਸਾਨ ਤੇ ਉਹਨਾਂ ਇਨਸਾਨਾਂ ਦੇ ਵਿੱਚੋਂ ਰਿਸ਼ਤਿਆਂ ਦਾ ਹੁੰਦਾ ਘਾਣ, ਇਹ ਸਾਡੇ ਸਾਹਮਣੇ ਹੈ। ਸਾਨੂੰ ਇਹ ਸਾਰਾ ਕੁਝ ਕਰਨ ਲਈ ਇੱਕ ਸੱਭਿਅਕ ਸਮਾਜ ਸਿਰਜਣ ਦੀ ਲੋੜ ਹੈਗੀ ਹੈ। ਇੱਕ ਸੱਭਿਅਕ ਸਮਾਜ ਹੀ ਮੈਨੂੰ ਲੱਗਦਾ ਕਿ ਸਹੀ ਇੱਕ ਮੈਸੇਜ ਜਿਹੜਾ ਅੱਗੇ ਜਾਊਗਾ ਨਵੀਂ ਪਨੀਰੀ ਦੇ ਉੱਤੇ ਵੀ। ਠੀਕ ਹੈ। ਅੱਛਾ ਮਨਜੀਤ ਜੀ, ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾਂਦੀਆਂ ਨੇ ਕਿ ਜਿਹੜੇ ਗਾਣੇ ਹੈਗੇ ਨੇ, ਗਾਣੇ ਬਹੁਤ ਅਸਰ ਕਰਦੇ ਨੇ। ਮੈਨੂੰ ਲੱਗਦਾ ਕਿ ਹੁੰਦਾ ਵੀ ਹੋਊਗਾ, ਕਿਉਂਕਿ ਜਦੋਂ ਹਥਿਆਰਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ, ਚਿੱਟੇ ਦੀਆਂ ਗੱਲਾਂ ਆਉਂਦੀਆਂ ਨੇ, ਅਫੀਮ ਨੂੰ ਬਹੁਤ ਗਲੋਰੀਫਾਈ ਕੀਤਾ ਜਾਂਦਾ ਹੈ, ਤਾਂ ਇਹ ਵੀ ਫਿਰ ਜਦੋਂ ਛੋਟੇ ਬੱਚੇ ਵਿਆਹਾਂ 'ਤੇ ਸੁਣਦੇ ਨੇ, ਔਰ ਮੈਨੂੰ ਲੱਗਦਾ ਕਿ ਉਮਰ ਤੋਂ ਪਹਿਲਾਂ ਚੀਜ਼ਾਂ ਪਤਾ ਲੱਗਦੀਆਂ ਹੋਣਗੀਆਂ। ਦੇਖੋ ਗਗਨ ਜੀ, ਜਦੋਂ ਜੋ ਸਮਾਜ ਦੀਆਂ ਲੋੜਾਂ ਤੇ ਜੋ ਜਿਸ ਤਰ੍ਹਾਂ ਸਮਾਜ ਇੱਕ ਦੂਜੇ ਨਾਲ ਆਰਗੈਨਿਕਲੀ ਜੁੜਿਆ ਹੋਇਆ, ਹੁਣ ਤੇ ਸਾਰੇ ਸੰਸਾਰ ਨੂੰ ਇੱਕ ਗਲੋਬਲ ਪਿੰਡ ਕਹਿੰਦੇ ਆ ਕਿ ਦੁਨੀਆ ਇੱਕ ਪਿੰਡ ਤੱਕ ਰਿਡਿਊਸ ਹੋ ਗਈ ਹੈ। ਪਰ ਦੂਜੇ ਪਾਸੇ ਜੇ ਸਾਰੀ ਚੀਜ਼ ਨੂੰ ਅਸੀਂ ਮੰਡੀ ਨਾਲ ਜੋੜ ਕੇ ਦੇਖਣ ਲੱਗ ਜਾਾਂਗੇ, ਜੇ ਤੁਸੀਂ ਸੱਭਿਆਚਾਰ ਆ ਉਹ ਵੀ ਮੰਡੀ 'ਚ, ਜੇ ਕੋਈ ਤੁਹਾਡਾ ਐਸਥੈਟਿਕਸ ਆ ਉਹ ਵੀ ਮੰਡੀ 'ਚ, ਜੇ ਕੋਈ ਤੁਹਾਡੇ ਰਿਸ਼ਤੇ ਆ ਉਹ ਵੀ ਮੰਡੀ 'ਚ, ਮੰਡੀਕਰਨ ਹਰ ਚੀਜ਼ ਦਾ, ਹਰ ਛੋਟੀ ਤੋਂ ਹਰ ਚੀਜ਼ ਦਾ, ਧਰਮ ਦਾ ਵੀ ਮੰਡੀਕਰਨ ਹੋ ਜਾਊਗਾ ਕਿ ਜਿਹੜਾ ਜ਼ਿਆਦਾ ਪੈਸੇ ਦਊਗਾ ਉਹ ਛੇਤੀ ਰੱਬ ਦੇ ਦਰਸ਼ਨ ਕਰ ਲਊਗਾ, ਉਹਦੀ ਲਾਈਨ ਮੰਦਿਰ 'ਚ ਲੱਗ ਜਾਂਦੀ ਹੈ। ਹੋ ਰਿਹਾ, ਏਦਾਂ ਹੀ ਹੋ ਰਿਹਾ। ਠੀਕ ਹੈ। ਨਹੀਂ, ਇਸ ਕਰਕੇ ਹਰ ਚੀਜ਼ ਦਾ ਜੇ ਮੰਡੀਕਰਨ ਹੋ ਜਾਊਗਾ ਤਾਂ ਫਿਰ ਬੰਦੇ ਲਈ ਜਿਹੜਾ ਉਹਦਾ ਅਸਲੀ ਰੂਪ ਜਿਹੜਾ ਜੀਣਾ ਚਾਹੀਦਾ, ਰਿਸ਼ਤਿਆਂ ਨੂੰ ਹੰਡਾਉਣਾ, ਡਾਈਵਰਸਿਟੀ, ਸਾਰੀਆਂ ਚੀਜ਼ਾਂ, ਉਹਦੇ ਤੋਂ ਅਲੱਗ ਥਲੱਗ ਪੈ ਕੇ ਜਿਹੜੇ ਡਾਕਟਰ ਸਾਹਿਬ ਤਰਲੋਚਨ ਜੀ ਸਟ੍ਰੈਸਰ ਕਹਿੰਦੇ ਆ, ਦਬਾਅ ਪੈਂਦਾ ਉਹਦੇ, ਉਹ ਗਵਾਚੀ ਗਾਂ ਵਾਂਗੂ ਤੁਰਿਆ ਫਿਰਦਾ ਬੰਦਾ, ਉਹਨੂੰ ਸਮਝ ਨਹੀਂ ਪੈਂਦੀ। ਹੁਣ ਤੁਸੀਂ ਗਾਣਿਆਂ ਦੀ ਗੱਲ ਕੀਤੀ, ਗਾਣੇ ਸਮਾਜ ਦੀ ਲੋੜ ਕੁਝ ਹੋ ਰਿਹਾ ਗਾਣਿਆਂ ਦੀ, ਤੇ ਜਿਹੜੇ ਗਾਣੇ ਬਣ ਕੇ ਆਉਂਦੇ ਆ ਉਹ ਕੁਝ ਹੋਰ ਸੀਗੇ ਮੈਂ ਕਹੂੰਗਾ, ਕਿਉਂਕਿ ਹੁਣ ਤੇ ਬਹੁਤ ਬਦਲ ਗਏ। ਉਹਨਾਂ ਨੂੰ ਪਤਾ ਲੱਗਾ ਕਿ ਹੁਣ ਉਹ ਨਹੀਂ ਚੱਲਣਾ। ਉਹਨਾਂ ਨੇ ਬੰਦੂਕਾਂ ਦੇ, ਦਾਰੂਆਂ ਦੇ, ਡਿਮਾਂਡ ਜੋ ਡਿਮਾਂਡ ਆ ਰਹੀ ਹੈ ਉਹੀ ਚੀਜ਼ ਕੇਟਰ ਹੋ ਰਹੀ ਹੈ। ਹਾਂ, ਗੁੰਡਾਗਰਦੀ ਦੀ ਜਿਹਦੇ 'ਚ ਪੈਸਾ ਮਿਲਦਾ ਸੀ, ਡਿਮਾਂਡ ਆ ਰਹੀ ਸੀ, ਉਹਨਾਂ ਨੇ ਉਸ ਤਰੀਕੇ ਨਾਲ ਕੀਤਾ। ਹਾਲਾਂਕਿ ਉਹਨਾਂ ਨੇ ਇਹ ਬਿਲਕੁਲ ਨਹੀਂ ਸੋਚਿਆ ਕਿ ਇਹ ਮੇਰੇ ਗੱਲ ਦਾ ਅਸਰ ਸਮਾਜ ਤੇ, ਮੇਰੇ ਛੋਟੇ ਵੀਰਾਂ ਤੇ, ਭੈਣਾਂ ਭਰਾਵਾਂ ਤੇ ਕੀ ਪਊਗਾ। ਮੋਏ ਜਾਣ ਦਿਓ, ਕਹਿੰਦਾ ਮੈਨੂੰ ਪੈਸੇ ਮਿਲਦੇ ਆ, ਮੈਂ ਤੇ ਇਸ ਤਰ੍ਹਾਂ ਹੀ ਲਊਂਗਾ। ਗਗਨ ਜੀ, ਮਨਜੀਤ ਜੀ ਬਹੁਤ ਅੱਛੀ ਤਰ੍ਹਾਂ ਦੱਸ ਰਹੇ ਸੀਗੇ ਕਿ ਜਿਹੜਾ ਅਸੀਂ ਕਲਚਰ ਪੰਜਾਬੀ, ਜਿਹੜਾ ਖਾਸ ਤੌਰ ਤੇ ਸਾਡੇ ਕਿਸਾਨੀ ਅੰਦੋਲਨ ਤੋਂ ਪਹਿਲਾਂ ਦਾ, ਜਿਹਦੇ 'ਚ ਇਹ ਨਸ਼ਿਆਂ ਦੇ ਗੀਤ, ਇਹ ਜਿਹਦੇ 'ਚ ਤੁਸੀਂ ਕਬਜ਼ਾ ਲੈਣਾ ਹੈ, ਬੰਦਾ ਬੁੰਦਾ ਮਾਰਨਾ ਦਾ ਦੱਸ ਹੈ ਨਾ, ਜਾਂ ਜਿੱਥੋਂ ਲੰਘ ਜਾਈਦਾ ਤੇ ਉਹ ਲੋਕੀ ਰਾਹ ਪੱਟਦੇ, ਇਹੋ ਜਿਹੇ ਗਾਣੇ ਨੇ ਜਿਹੜੇ ਉਹ ਸੱਚੀ ਮੁੱਚੀ ਸਾਡੇ ਸਮਾਜ ਨੂੰ ਵਿਗਾੜ ਵੱਲ ਲੈ ਕੇ ਜਾ ਰਹੇ ਨੇ। ਤੇ ਉਹ ਵਿਗਾੜ, ਉਹ ਜਿਹੜੇ ਸਾਡੇ ਕਲਾਕਾਰ ਲਿਖਣ ਵਾਲੇ ਨੇ, ਗਾਉਣ ਵਾਲੇ ਨੇ, ਉਹਨਾਂ ਦਾ ਪਰਪਸ ਤਾਂ ਸਿਰਫ ਆਰਥਿਕ ਹੈ ਕਿ ਕਿਹੜਾ ਮਾਰਕੀਟ ਵਿੱਚ ਚੱਲ ਸਕਦਾ, ਮੈਨੂੰ ਕਿੰਨਾ ਜ਼ਿਆਦਾ ਸੁਣਿਆ ਜਾ ਸਕਦਾ, ਪਰ ਉਸ ਤੇ ਬੈਡ ਇਫੈਕਟ ਸੁਸਾਇਟੀ ਤੇ ਕਿੰਨੇ ਪੈਣਗੇ ਇਸ ਗੱਲ ਨੂੰ ਉਹ ਨਹੀਂ ਵਿਚਾਰਦੇ। ਇਸ ਕਰਕੇ ਜਿਹੜਾ ਕਿਸਾਨੀ ਅੰਦੋਲਨ ਤੋਂ ਬਾਅਦ ਇਹ ਜਿਹੜਾ ਰੁਝਾਨ ਹੈ, ਇਹਦੀ ਤਬਦੀਲੀ ਆਈ ਹੈ। ਪਰ ਅਸੀਂ ਮੋਟੇ ਤੌਰ ਤੇ ਕਲਚਰ ਨੂੰ ਵਿਗਾੜਨ ਦੇ ਵਿੱਚ, ਤੁਸੀਂ ਜਿੰਨੇ ਗਾਣੇ ਫਿਲਮਾਂ ਵੇਖੋਗੇ ਜੱਟਵਾਦ ਤੇ ਆਉਂਦੇ ਨੇ, ਜਿੰਨੀਆਂ ਉਹਨਾਂ ਨੂੰ ਇੰਨਾ ਵਧਾ ਚੜਾ ਕੇ ਦੱਸਿਆ ਜਾ ਰਿਹਾ, ਵਾਸਤਵਿਕ ਰੂਪ ਵਿੱਚ ਤੁਸੀਂ ਦੇਖੋ ਕਿਸਾਨੀ ਵਿੱਚ ਉਹ ਜੱਟ ਆਤਮ ਹੱਤਿਆਵਾਂ ਕਰ ਰਹੇ ਨੇ, ਉਹ ਕਰਜ਼ਿਆਂ 'ਚ ਗ੍ਰਸਤ ਨੇ। ਮਤਲਬ ਜਿਹੜੀ ਵਾਸਤਵਿਕ ਸਥਿਤੀ ਤੇ ਗੀਤਾਂ ਦੀ ਸਥਿਤੀ ਹੈ, ਜਿਹੜੀ ਉਹਦੇ 'ਚ ਬਹੁਤ ਜ਼ਿਆਦਾ ਵੱਡਾ ਸਮਾਜ ਨੂੰ ਸਹੀ ਤਰ੍ਹਾਂ ਸਿਰਜ ਨਹੀਂ ਰਹੇ। ਚਾਹੇ ਕਿਸਾਨੀ ਅੰਦੋਲਨ ਤੋਂ ਬਾਅਦ ਕਿਸਾਨੀ ਅੰਦੋਲਨ ਦਾ ਪ੍ਰਭਾਵ ਹੈ ਤੇ ਤੁਹਾਨੂੰ ਕਿਸਾਨੀ ਅੰਦੋਲਨ ਦੇ ਗੀਤ ਮਿਲ ਰਹੇ ਨੇ, ਪਰ ਅਸੀਂ ਇੱਕ ਸੱਭਿਅਕ ਸਮਾਜ ਸਿਰਜਣ ਵਾਸਤੇ ਸਾਨੂੰ ਸਾਰਿਆਂ ਨੂੰ, ਜਿਹਦੇ ਸਾਡੇ ਗੀਤਕਾਰ ਵੀ ਨੇ, ਸਾਡੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਨੇ, ਉਹਨਾਂ ਸਾਰਿਆਂ ਨੂੰ ਹੀ ਇੱਕ ਯੋਗਦਾਨ ਪਾਉਣਾ ਪਵੇਗਾ। ਸਾਨੂੰ ਇੱਕ ਚੰਗਾ ਵੈਲਿਊ ਸਿਸਟਮ, ਇੱਕ ਚੰਗੀ ਸੁਸਾਇਟੀ, ਇੱਕ ਚੰਗੇ ਜਿਹੜੇ ਸਾਡੇ ਰਿਲੇਸ਼ਨਸ ਨੇ, ਜਿਨ੍ਹਾਂ 'ਚ ਸਾਡੇ ਮਨੁੱਖੀ ਰਿਸ਼ਤੇ, ਜਿਹਦੇ 'ਚ ਮਾਂ ਤੇ ਪੁੱਤ ਦਾ ਰਿਸ਼ਤਾ ਵੀ ਸਾਡਾ ਇੱਕ ਬਹੁਤ ਪਵਿੱਤਰ ਰਿਸ਼ਤਾ ਹੈ, ਅਜਿਹੇ ਰਿਸ਼ਤੇ ਸਾਨੂੰ ਪੈਦਾ ਕਰਨ ਲਈ ਸਾਨੂੰ ਮੁੜ ਤੋਂ ਯਤਨਸ਼ੀਲ ਹੋਣ ਦੀ ਲੋੜ ਹੈਗੀ ਹੈ। ਔਰ ਸਮਾਜ ਵਿੱਚ ਜਿੱਥੇ ਕਿਤੇ ਆਰਥਿਕ ਨਾ ਬਰਾਬਰੀਆਂ ਨੇ, ਜਿੱਥੇ ਕਿਤੇ ਸਮਾਜ ਵਿੱਚ ਬਹੁਤ ਵੱਡੇ ਪਾੜੇ ਨੇ, ਜਿਸ ਤਰ੍ਹਾਂ ਦਾ ਰਾਜਨੀਤਿਕ ਵਾਤਾਵਰਨ ਅਸੀਂ ਸਿਰ ਚੁੱਕੇ ਹਾਂ, ਤਾਂ ਇਸ ਵਿੱਚ ਸਾਨੂੰ ਜਿਸ ਤਰ੍ਹਾਂ ਦੇ ਸਾਡੇ ਰਾਖੇ ਨੇ,
ਜਿਨ੍ਹਾਂ ਨੇ ਸਾਨੂੰ ਪ੍ਰੋਟੈਕਸ਼ਨ ਦੇਣੀ ਹੈ, ਜਿਨ੍ਹਾਂ ਨੇ ਨਸ਼ਿਆਂ ਨੂੰ ਰੋਕਣਾ ਹੈ, ਉਹ ਰੋਕਣ ਵਾਲੇ ਹੀ ਵੇਚ ਰਹੇ ਨੇ। ਵੱਡੇ ਰਾਜਨੀਤੀਵਾਨ ਉਸ ਵਿੱਚ ਇਨਵੋਲਵ ਨੇ। ਤੁਹਾਨੂੰ ਪਤਾ ਹੈ ਕਿ ਕਦੋਂ ਦੀ ਬਹੁਤ ਥਾਵਾਂ ਦੇ ਉੱਤੇ ਵੱਖ-ਵੱਖ ਪੱਧਰ ਦੇ ਉੱਤੇ ਕੋਸ਼ਿਸ਼ਾਂ ਦੀ ਲੋੜ ਹੈ, ਬਹੁਤ ਕਦਮ ਨੇ ਜਿਹੜੇ ਅਜੇ ਸਰ ਕਰਨੇ ਬਾਕੀ ਨੇ। ਠੀਕ ਹੈ, ਕਰਨੇ ਸਾਨੂੰ ਸਾਰਿਆਂ ਨੂੰ ਯਤਨਸ਼ੀਲ ਹੋਣਾ ਪਵੇਗਾ, ਸਾਰੇ ਹੀ ਪੰਜਾਬੀਆਂ ਨੂੰ ਸਾਨੂੰ ਹੰਬਲਾ ਮਾਰਨਾ ਪਏਗਾ। ਸਮਾਜ ਦਾ ਹਰੇਕ ਸੈਗਮੈਂਟ ਇਸ ਬਾਰੇ ਸੀਰੀਅਸ ਹੋਵੇਗਾ ਤਾਂ ਅਸੀਂ ਇਸ ਪ੍ਰੋਬਲਮ ਨੂੰ ਹੱਲ ਕਰ ਸਕਾਂਗੇ। ਅਦਰਵਾਈਜ਼ ਨਹੀਂ ਇਹ ਰੁਝਾਨ ਇਸ ਤਰ੍ਹਾਂ ਹੀ ਬਦਸਤੂਰ ਜਾਰੀ ਰਹੇਗਾ। ਕਿਉਂਕਿ ਜਿਹੜਾ ਨਸ਼ੇੜੀ ਬੰਦਾ ਹੈ ਨਾ, ਜਦੋਂ ਉਹਦਾ ਨਸ਼ਾ ਟੁੱਟਦਾ, ਜਦੋਂ ਉਹਦਾ ਸਰੀਰ ਮੰਗ ਕਰਦਾ, ਉਹ ਜਿਹੜੇ ਨਸ਼ੇ ਨਵੇਂ ਨੇ, ਜਿਹੜੇ ਸਿੰਥੈਟਿਕ ਨਸ਼ੇ ਨੇ, ਇਹ ਕੋਈ ਰੁਪਈਏ 2 ਰੁਪਈਏ ਦੀ ਖੇਡ ਨਹੀਂ ਹੈਗੀ। ਇਹ 500-700 1000 1500 ਦੀ ਡੋਜ਼ ਆਉਂਦੀ ਹੈ। ਔਰ ਉਹਦੇ ਲਈ ਅਰੇਂਜ ਕਰਨ ਲਈ ਜਿਹੜੀ ਮਾਂ ਦਾ ਰਿਸ਼ਤਾ, ਅਸੀਂ ਸਮਝਦੇ ਹਾਂ ਕਿ ਸਾਡੀਆਂ ਮਾਵਾਂ ਤੇ ਪੁੱਤਾਂ ਦੇ ਰਿਸ਼ਤੇ ਇਸ ਤਰ੍ਹਾਂ ਹੁੰਦੇ ਨੇ ਕਿ ਬਹੁਤ ਸਾਰੀਆਂ ਗੱਲਾਂ ਸਾਡੀਆਂ ਮਾਵਾਂ ਸਾਡੇ ਪੁੱਤਾਂ ਦੀਆਂ ਲੁਕੋ ਲੈਂਦੀਆਂ ਨੇ। ਜੇ ਕਿਤੇ ਨਸ਼ੇ ਦੀ ਕਿਤੇ ਕਰਦੀਆਂ ਵੀ ਨੇ ਤੇ ਮਾਵਾਂ ਕਿਤੇ ਉਹਨਾਂ ਦਾ ਘਰ ਪੂਰਾ ਕਰਦੀਆਂ ਨੇ, ਕਿਤੋਂ ਖੁੰਝ ਖਾਰੋ ਚੋਂ ਕੱਢ ਕੇ ਪੈਸੇ ਦੇਤੇ, ਤੇ ਇਹ ਝਾਕ ਬੱਚਿਆਂ ਨੂੰ ਹਮੇਸ਼ਾ ਰਹਿੰਦੀ ਕਿ ਇਹਦੇ ਕੋਲ ਪੈਸੇ ਹੈਗੇ ਆ ਨਾ, ਵੀ ਇਹਨੇ ਦੇ ਦੇਣੇ ਨੇ, ਇਹਨੇ ਦੇ ਦੇਣੇ ਨੇ। ਪਰ ਜਦੋਂ ਕਿਤੇ ਡੋਜ਼ ਨਹੀਂ ਮਿਲਦੀ ਤਾਂ ਫਿਰ ਇਸ ਤਰ੍ਹਾਂ ਦਾ ਉਹਦਾ ਅਸਰ ਜਿਹੜਾ ਲੱਗਦਾ ਕਿ ਨਹੀਂ, ਫਿਰ ਜਿਹੜਾ ਬੰਦਾ ਸਾਹਮਣੇ ਹੈ ਉਹਦੇ ਲਈ ਕੋਈ ਰਿਸ਼ਤਾ ਨਹੀਂ। ਜਦੋਂ ਉਹਦਾ ਨਸ਼ਾ ਟੁੱਟ ਰਿਹਾ ਹੁੰਦਾ, ਮਰ ਰਿਹਾ ਹੁੰਦਾ, ਇੱਕ ਤਰ੍ਹਾਂ ਸਰੀਰ ਮੰਗ ਕਰ ਰਿਹਾ ਹੁੰਦਾ, ਨਸ਼ਾ ਉਹਨੂੰ ਮਿਲ ਨਹੀਂ ਰਿਹਾ ਹੁੰਦਾ, ਤਾਂ ਫਿਰ ਇਸ ਤਰ੍ਹਾਂ ਦੇ ਰਿਸ਼ਤਿਆਂ ਦਾ ਕਾਣ ਜਿਹੜਾ ਹੈਗਾ ਬਦਸਤੂਰ ਜਾਰੀ ਰਹੇਗਾ ਜਿੰਨੀ ਦੇਰ ਤੱਕ ਅਸੀਂ। ਠੀਕ ਹੈ। ਅੱਛਾ ਡਾਕਟਰ ਤਰਲੋਚਨ, ਇੱਕ ਤੁਹਾਡੇ ਤੋਂ ਥੋੜਾ ਜਿਹਾ ਇਹ ਵੀ ਚੀਜ਼ ਪੁੱਛਣੀ ਚਾਹਾਂਗੇ, ਜਿਹੜੇ ਨਸ਼ਾ ਛੁਡਾਓ ਕੇਂਦਰ ਨੇ, ਚਾਹੇ ਕੋਈ ਸਰਕਾਰੀ ਹੈ ਜਾਂ ਕੋਈ ਪ੍ਰਾਈਵੇਟ ਤਾਂ ਬਹੁਤ ਹੀ ਸਵਾਲਾਂ ਵਿੱਚ ਨੇ, ਇਹਨਾਂ ਦੀ ਜਿਹੜਾ ਸਿਸਟਮ ਹੈ ਕੰਮ ਕਰਨ ਦਾ, ਇਹਦੇ ਬਾਰੇ ਕਿਵੇਂ ਦੇਖਦੇ ਹੋ? ਕਿਉਂਕਿ ਇਹ ਜਿਹੜੇ ਸੈਂਟਰ ਨੇ ਨਸ਼ਾ ਛੁਡਾਓ ਕੇਂਦਰ, ਇੱਥੇ ਅਕਸਰ ਚੀਜ਼ਾਂ ਵਾਇਰਲ ਹੁੰਦੀਆਂ ਕਿ ਕੁੱਟਮਾਰ ਬਹੁਤ ਹੁੰਦੀ ਹੈ, ਜਾਂ ਇਹ ਵੀ ਕਿਹਾ ਜਾਂਦਾ ਕਿ ਦਵਾਈ ਨਸ਼ਾ ਛੁਡਾਉਣ ਦੀ ਬਜਾਏ ਜਿਹੜਾ ਕੋਈ ਇਸ ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਨੌਜਵਾਨ ਲੱਗ ਜਾਂਦੇ ਨੇ। ਹਾਂ ਬਿਲਕੁਲ, ਮੈਂ ਇਹੀ ਦੱਸ ਰਿਹਾ ਸੀ ਕਿ ਇਲਾਜ ਆ ਜਿਹੜਾ ਕਿ ਉਹ ਸਿਰਫ ਸਰੀਰ ਦੇ ਉੱਤੇ ਜ਼ੋਰ ਦੇ ਰਿਹਾ। ਜਿਹੜੇ ਨਸ਼ਾ ਛੁਡਾਓ ਕੇਂਦਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਨਸ਼ਾ ਛੁਡਾਓ ਕੇਂਦਰ ਕੀ ਕਰਦੇ ਨੇ ਕਿ ਉਹ ਨਸ਼ੇ ਦੀ ਪਹੁੰਚ ਤੋਂ ਦੂਰ ਕਰ ਦਿੰਦੇ ਨੇ। ਉੱਥੇ ਇਲਾਜ ਨਾਮ ਦੀ ਨਸ਼ਾ ਉਹਨਾਂ ਦੀ ਪਹੁੰਚ ਤੋਂ ਬਾਹਰ ਆ, ਔਰ ਜਦੋਂ ਹੀ ਉੱਥੋਂ ਛੁੱਟ ਕੇ ਆਉਂਦੇ ਨੇ ਔਰ ਨਸ਼ਾ ਉਹਨਾਂ ਦੀ ਪਹੁੰਚ ਦੁਬਾਰਾ ਆਉਂਦਾ, ਦੁਬਾਰਾ ਕਰ ਲੈਂਦੇ ਨੇ। ਦੂਸਰੇ ਪਾਸੇ ਹਸਪਤਾਲਾਂ ਦਾ ਡਾਕਟਰੀ ਟ੍ਰੀਟਮੈਂਟ ਆ ਜਿਹੜਾ ਕਿ ਸਰੀਰ ਤੇ ਜ਼ੋਰ ਲੱਗਦਾ, ਸਿਰਫ ਉਹਨਾਂ ਦੀ ਤੋੜ ਜਾਂ ਉਹਨਾਂ ਦੇ ਸਰੀਰ ਨੂੰ ਠੀਕ ਕਰਦਾ, ਪਰ ਮਨ ਦੇ ਕੇਵਿੰਗ ਇਸ ਤੇ ਫੇਰ ਨਹੀਂ ਕੰਮ ਹੁੰਦਾ। ਤਾਂ ਯੋਗ ਇਲਾਜ ਇਹੀ ਆ, ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਹ ਇਕਜੁੱਟਤਾ ਨਾਲ ਇਲਾਜ ਹੋਣ ਵਾਲਾ। ਕੁਛ ਮੈਡੀਕਲ ਸਹਾਇਤਾ ਨਾਲ ਸਰੀਰ ਠੀਕ ਹੋਊਗਾ, ਕੁਛ ਪਰਿਵਾਰ ਸਹਿਯੋਗ ਦੇਵੇ, ਉਹਨਾਂ ਨੂੰ ਸਵੀਕਾਰੇ। ਜਦੋਂ ਹੁਣ ਸਵੀਕਾਰ ਕਰਨਾ ਉਹਨਾਂ ਨੂੰ ਬੜਾ ਜ਼ਰੂਰੀ ਕਿ ਬਹੁਤ ਸਾਰੇ ਮਰੀਜ਼ ਮੇਰੇ ਕੋਲ ਆਉਂਦੇ ਨੇ, ਜਦੋਂ ਅਸੀਂ ਦੇਖਦੇ ਹਾਂ ਕਿ ਦੂਜੀ ਤੀਜੀ ਵਾਰ ਉਹ ਲੱਗ ਜਾਂਦੇ ਨੇ, ਉਹਨਾਂ ਦੇ ਦੂਜੀ ਜਾਂ ਤੀਜੀ ਵਾਰ ਕਰਨ ਦਾ ਜ਼ਿਆਦਾ ਵੱਡਾ ਕਾਰਨ ਇਹੀ ਹੁੰਦਾ ਕਿ ਉਹ ਇੰਨੀ ਤਸੱਦਦ ਤੋਂ ਬਾਅਦ, ਛੱਡਣ ਤੋਂ ਬਾਅਦ ਵੀ ਨੂੰ ਕਿਸੇ ਨੇ ਸਵੀਕਾਰ ਨਹੀਂ ਕੀਤਾ, ਦੁਬਾਰਾ ਟਰਸਟ ਨਹੀਂ ਗੇਨ ਹੋਇਆ, ਲੋਕਾਂ ਨੂੰ ਕੰਮ ਕਰਨ ਲਈ ਕੋਈ ਮੌਕੇ ਨਹੀਂ ਮਿਲੇ। ਇਸ ਲਈ ਲੱਗਦਾ ਕਿ ਠੀਕ ਸੀ। ਇਸ ਕਰਕੇ ਸਰਕਾਰ ਨੂੰ ਵੀ ਕੋਈ ਪੁਨਰਵਾਸ ਕਰਨ ਲਈ ਕਿੱਤਾ ਮੁਖੀ ਟ੍ਰੇਨਿੰਗ ਵੀ ਨਾਲ ਹੋਣੀ ਚਾਹੀਦੀ ਹੈ ਇਲਾਜ ਦੇ ਦੌਰਾਨ, ਤਾਂ ਕਿ ਉਹ ਨਸ਼ੇ ਤੋਂ ਨਿਕਲੇ ਸਾਰ ਕੋਈ ਕੰਮ ਲੱਗ ਸਕਣ। ਕਿਉਂਕਿ ਵਿਹਲੇ ਰਹਿਣ ਦੀ ਵਜ੍ਹਾ ਕਰਕੇ ਔਰ ਵਿਸ਼ਵਾਸ ਨਾ ਹੋਣ ਜਾ ਕਰਕੇ ਇਹ ਸਭ ਤੋਂ ਮੈਨੂੰ ਲੱਗਦਾ ਕਿ ਇੱਕ ਅਹਿਮ ਨੁਕਤਾ ਸਾਬਤ ਹੋ ਸਕਦਾ ਹੈ ਇਸ ਚੀਜ਼ ਤੋਂ ਬਾਹਰ ਆਉਣ ਦੇ ਲਈ। ਮਨਜੀਤ ਜੀ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵਾ ਕਿ ਕੋਈ ਕਿੱਤਾ ਮੁਖੀ ਕੋਰਸ, ਕੋਈ ਇੱਦਾਂ ਦੀਆਂ ਚੀਜ਼ਾਂ ਹੋ ਸਕਣ, ਜਿਵੇਂ ਸਕਿਲਡ ਕੋਈ ਸਿਖਲਾਈ ਹੋ ਸਕੇ ਖਾਸ ਇਸ ਜਿਹੜੇ ਸੈਂਟਰਾਂ ਦੇ ਵਿੱਚ ਨੌਜਵਾਨ ਰਹਿੰਦੇ ਨੇ, ਇੱਕ ਤਾਂ એનર્ਜੀ ਚੈਨਲਾਈਜ਼ਡ ਹੋ ਜੂਗੀ। ਇਹ ਵੀ ਇੱਕ ਪੱਖ ਬਹੁਤ ਵੱਡਾ ਸਾਬਤ ਹੋ ਸਕਦਾ। ਦੇਖੋ, ਪਹਿਲਾਂ ਤੇ ਇਹ ਹੈ ਕਿ ਨਸ਼ੇ ਲੱਗਦੇ ਕਿਵੇਂ ਆ, ਇਹ ਕਿਤੇ ਇੰਜ ਨਹੀਂ ਹੈ। ਨਸ਼ੇ ਤੇ ਹਮੇਸ਼ਾ ਹੀ ਸਮਾਜ ਸੀ। ਅਸੀਂ ਜਦੋਂ ਬਹੁਤ ਛੋਟੇ ਸੀ ਉਦੋਂ ਵੀ ਪਿੰਡਾਂ 'ਚ ਕਈ ਇੱਕ ਦੋ ਨਸ਼ੇੜੀ ਇਹੋ ਜਿਹੇ ਸੀ, ਜਾਂ ਪੋਸਟ ਲੈਂਦੇ ਸੀ, ਜਾਂ ਕੋਈ ਅਫੀਮ ਖਾਂਦਾ ਸੀਗਾ। ਦਾਰੂ ਤੇ ਚਲੋ ਪਿੰਡਾਂ 'ਚ ਕੱਢ ਕੇ ਆਮ ਪੀਂਦੇ ਹੀ ਸੀਗੇ। ਪਰ ਜੋ ਸਮਾਜ ਦੀ ਅੱਜ ਹਾਲਤ ਹੋ ਗਈ ਹੈ, ਜਿੱਥੇ ਨੌਜਵਾਨ ਤਬਾਹੀ ਦੇ ਕਿਨਾਰੇ ਪਹੁੰਚ ਗਿਆ, ਇਹ ਇੱਕ ਡਿਫਰੈਂਟ ਫੈਨੋਮੈਨਾ ਹੈ। ਆਪਾਂ ਨੂੰ ਸਿਰਫ ਨਸ਼ਾ ਨਹੀਂ ਦੇਖਣਾ ਚਾਹੀਦਾ, ਨਸ਼ਿਆਂ ਦੇ ਪਿੱਛੇ ਇੱਕ ਯੋਜਨਾ ਬੰਦੀ ਔਰ ਵੈਲ ਆਇਲਡ ਨੈਟਵਰਕ ਆ, ਬਹੁਤ ਤਕੜਾ ਨੈਟਵਰਕ ਆ। ਕਿਵੇਂ ਜਿਸ ਤਰ੍ਹਾਂ ਐਮਡੇ ਨਹੀਂ ਹੈ ਕਿ ਆਪਣੇ ਗਾਂ ਤੋਂ ਗਾਂ ਗਾਹਕ ਵਧਾਉਂਦੇ ਆ, ਕਿਵੇਂ 5 ਤੋਂ 5 ਤੇ 25 ਤੇ 25 ਤੋਂ 625 ਇੱਕ ਨੈਕਸਸ ਬਣ ਗਿਆ ਹੈ, ਪੂਰੇ ਦਾ ਪੂਰਾ ਬਣਾਇਆ ਹੋਇਆ। ਕਈਆਂ ਨੂੰ ਮੁਫਤ ਡੋਜ਼ ਮਿਲਦੀ ਆ, ਕਈਆਂ ਨੂੰ ਕਹਿੰਦੇ ਸ਼ੁਰੂ ਚ ਨਸ਼ੇ ਲਾਉਣ ਦੇ, ਉਹ ਕਈ ਨਿਹੰਗਾਂ ਦੇ ਬਾਣੇ ਚ ਲੱਗੇ ਹੋਏ ਆ। ਤੁਹਾਨੂੰ ਪਿੱਛੇ ਜੇ ਮੈਂ ਤੇ 2 ਵਾਰੀ ਦੇਖ ਚੁੱਕਾ ਇਹੋ ਜਿਹੇ ਬੰਦੇ ਫੜੇ ਗਏ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਜਦ ਤੱਕ ਜਿਹੜੀ ਸਰਕਾਰ ਆ, ਜੇ ਖੁਦ ਇਸ ਗੱਲ 'ਚ ਦਿਲਚਸਪੀ ਰੱਖੂਗੀ ਕਿ 2 ਨੰਬਰੀ ਪੈਸਾ ਆਵੇ, ਕੁਝ ਪੁਲਿਸ ਵੰਡ ਲਏ ਤੇ ਕੋਈ ਸਰਕਾਰ ਦੇ ਜਿਹੜੇ ਵਿੱਚ ਬੰਦੇ ਆ ਜਾਂ ਕੋਈ ਵੀ ਪੋਲੀਟੀਸ਼ੀਅਨ, ਭਾਵੇਂ ਸਰਕਾਰ 'ਚ ਹੋਣ ਭਾਵੇਂ ਸਰਕਾਰ ਤੋਂ ਬਾਹਰ ਹੋਣ, ਜਦ ਤੱਕ ਜਿਹੜੇ ਜਿਨ੍ਹਾਂ ਨੇ ਸਮਾਜ ਨੂੰ ਸਾਂਭਣਾ, ਜਿਨ੍ਹਾਂ ਨੂੰ ਆਪਾਂ ਬਾਰ-ਬਾਰ ਚੁਣ ਕੇ ਭੇਜਦੇ ਹਾਂ, ਜੇ ਉਹ
ਇਸ ਨੂੰ ਹਟਾਉਣ ਦੇ ਵਿੱਚ ਰਾਜ਼ੀ ਨਹੀਂ ਹੈ ਤਾਂ ਫਿਰ ਲੋਕਾਂ ਨੂੰ ਉਹਨਾਂ ਲੋਕਾਂ ਤੋਂ ਵੀ ਮੁਕਤੀ ਪਾਉਣੀ ਚਾਹੀਦੀ ਹੈ ਪਹਿਲਾਂ। ਇਹ ਬੜੀ ਮੈਂ ਤੁਹਾਨੂੰ ਬੜੀ ਦੁਖੀ ਮਨ ਦੇ ਨਾਲ ਇਹ ਗੱਲ ਕਹਿ ਰਿਹਾ। ਇਹ ਤਾਂ ਹੁਣ ਸਾਫ਼ ਹੈ ਕਿ ਪੁਲਿਸ ਵੇਚਦੀ ਹੈ, ਪੁਲਿਸ ਦੀ ਪ੍ਰੋਟੈਕਸ਼ਨ ਤੋਂ ਬਾਅਦ ਇੱਕ ਪੁੜੀ ਇੱਕ ਸੂਈ ਨਹੀਂ ਕਿਤੇ ਜਾ ਸਕਦੀ ਪੁਲਿਸ ਦੀ ਇਜਾਜ਼ਤ ਤੋਂ ਬਗੈਰ। ਫਿਰ ਉਹ ਪੁਲਿਸ ਕਿਵੇਂ ਕਰਦੀ ਹੈ ਜਦ ਤੱਕ ਉਹਨਾਂ ਨੂੰ ਉੱਪਰੋਂ ਰਾਜਨੀਤਿਕ ਛਤਰੀ ਨਹੀਂ ਹੈ। ਦੂਜੀ ਗੱਲ, ਹੁਣ ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਦਾਰੂ ਦਾ ਜਗ੍ਹਾ ਪਿੰਡਾਂ ਵਾਲੇ ਜਾ ਕੇ ਵਿਚਾਰੇ ਕਈ ਵਾਰੀ ਰੈਜ਼ੋਲੂਸ਼ਨ ਪਾਉਂਦੇ ਕਿ ਰੱਬ ਦਾ ਵਾਸਤਾ ਸਾਡੇ ਪਿੰਡੋਂ ਠੇਕਾ ਚੁੱਕ ਲਓ। ਜਾਣੀ ਨਸ਼ਾ ਇੱਕ ਅਵੇਲੇਬਿਲਿਟੀ ਹੋਣੀ, ਇੱਕ ਹੁੰਦਾ ਕਿ ਉਹਨੂੰ ਸਿਸਟਮੈਟਿਕਲੀ ਪੁਸ਼ ਕਰਨਾ, ਲੋਕਾਂ ਨੂੰ ਨਸ਼ੇ ਵੱਲ ਧੱਕਣਾ। ਅਮਰੀਕਾ ਦੇ ਵਿੱਚ ਕਿਸੇ ਵੇਲੇ ਸਿਗਟਾਂ ਇੰਜ ਨੌਜਵਾਨਾਂ ਨੂੰ ਲਾਈਆਂ ਗਈਆਂ ਸੀ, ਫ੍ਰੀ ਸਿਗਟਾਂ ਵੰਡੀਆਂ ਜਾਂਦੀਆਂ ਸੀ, ਇੱਕ ਵਾਰੀ ਪੀਣ ਲੱਗ ਜੇ ਸਾਰੀ ਉਮਰ ਦਾ ਗਾਹਕ ਬਣ ਜਾਂਦਾ ਸੀ। ਵਰਜੀਨੀਆ ਜਿਹੜੀਆਂ ਟਬੈਕੋ ਦਾ ਬਿਲਕੁਲ ਠੀਕ ਹੈ। ਜਿਵੇਂ ਆਮ ਤੌਰ ਤੇ ਇਹ ਚੀਜ਼ਾਂ ਜਿਹੜੀਆਂ ਨੇ ਦਿਖਾਈਆਂ ਜਾਂਦੀਆਂ ਨੇ ਕਿ ਪਹਿਲਾਂ ਗਾਹਕ ਬਣਾਏ ਜਾਣ, ਫਿਰ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਵੇਲੇਬਿਲਿਟੀ ਕਰਾ ਦਿੱਤੀ ਜਾਵੇ, ਮਹਿੰਗੀ ਕਰ ਦਿੱਤੀ ਜਾਵੇ। ਠੀਕ ਹੈ, ਬਸ ਮੇਰਾ ਇੰਨਾ ਹੀ ਕਹਿਣਾ ਆ ਕਿ ਸਮਾਜ ਆਪ ਡਾਂਗ ਸੋਟਾ ਚੱਕ ਕੇ ਝੰਡੇ ਬੁੰਗੇ ਚੱਕ ਕੇ ਉੱਠੇ, ਜਿਵੇਂ ਹੁਣ ਕਿਸਾਨ ਉੱਠੇ ਆ, ਤੇ ਤਾਂ ਇਹ ਕੰਮ ਸੂਤਰ ਆਉਣਾ। ਜੇ ਤੁਸੀਂ ਜਿਨ੍ਹਾਂ ਤੋਂ ਉਮੀਦ ਰੱਖੀ ਬੈਠੇ ਆ ਕਿ ਉਹ ਕਾਨੂੰਨ ਨੂੰ ਲਾਗੂ ਕਰਨਗੇ ਤੇ ਪੰਜਾਬ ਨੂੰ ਤੇ ਦੇਸ਼ ਨੂੰ ਤੇ ਨੌਜਵਾਨੀ ਨੂੰ ਬਚਾ ਲੈਣਗੇ, ਉਹੀ ਤੇ ਇਹਨੂੰ ਵਿਗਾੜਨ ਵਾਲੇ ਆ। ਇਸ ਲਈ ਉੱਥੋਂ ਮੁਕਤੀ ਕਿਵੇਂ ਪਾਉਣੀ ਹੈ ਗੱਲ। ਬਹੁਤ ਵਧੀਆ ਗੱਲ ਆ। ਅੱਛਾ ਕਲਸੀ ਸਾਹਿਬ, ਇੱਕ ਲਾਸਟ ਤੁਹਾਡਾ ਕਮੈਂਟ ਲੈਣਾ ਵਾ, ਵਾਈਂਡ ਅਪ ਕਰਨਾ, ਫਿਰ ਆਪਾਂ ਇਸੇ ਮੁਤਲਕ ਕੁਝ ਜੇ ਐਡ ਆਨ ਕਰਨਾ ਚਾਹੁੰਦੇ ਹੋ, ਇੱਕ ਲਾਸਟ ਕਮੈਂਟ ਬਹੁਤ ਬਰੀਫ ਦੇ ਵਿੱਚ। ਹਾਂ ਸਰ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜੀ ਗੱਲ ਤਰਲੋਚਨ ਜੀ ਕਹਿ ਰਹੇ ਸੀ, ਮੈਂ ਨਾ ਹੰਡਾਇਆ ਹੈ। ਮੇਰੇ ਕੋਲ ਇੱਕ C ਕਲਾਸ ਹੈ, ਮੇਰੇ ਕੋਲ ਕੰਮ ਕਰਦਾ ਬੰਦਾ, ਰੁਜ਼ਗਾਰ ਵੀ ਲੱਗਿਆ ਹੋਇਆ, 20,000 ਰੁਪਏ ਤਨਖਾਹ ਵੀ ਲੈਂਦਾ ਹੈ, 3 ਵਾਰ ਆਪਦਾ ਬਲੱਡ ਚੇਂਜ ਕਰਵਾ ਚੁੱਕਾ ਹੈ, ਬਹੁਤ ਵਾਰੀ ਰੀਹੈਬਿਲਿਟੇਸ਼ਨ ਸੈਂਟਰ ਜਾ ਚੁੱਕਾ ਹੈ। ਪਰ ਉਹ ਮੈਂ ਸੋਚਦਾ ਕਿ ਜਿੰਨੀ ਦੇਰ ਤੱਕ ਵਿਅਕਤੀ ਦੀ ਆਪਣੀ ਵਿਲ ਪਾਵਰ ਅੰਦਰੋਂ ਨਹੀਂ ਹੁੰਦੀ, ਸਭ ਤੋਂ ਵੱਡੀ ਗੱਲ ਹੈ ਜੋ ਹੁਣ ਠੀਕ ਹੈ, ਸਭ ਤੋਂ ਵੱਡੀ ਗੱਲ ਹੈ ਕਿ ਜਿੰਨੀ ਦੇਰ ਤੱਕ ਉਹਦੀ ਆਪਣੀ ਅੰਦਰਲੀ ਵਿਲ ਤੇ ਸਮਾਜਿਕ ਵਾਤਾਵਰਨ, ਉਹ ਕੀ ਹੁੰਦਾ ਕਿ ਉਹ ਆਪ ਛੱਡ ਕੇ ਆ ਜਾਂਦਾ, ਫਿਰ ਉਹਦਾ এনवायरमेंट ਹੈ ਜਿਹੜੇ ਵੇਚਣ ਵਾਲੇ ਫਿਰ ਘੇਰ ਲੈਂਦੇ ਉਹਨੂੰ। ਠੀਕ ਹੈ, ਮਤਲਬ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਰੂਰੀ ਨੇ। ਜਿਹੜੀ ਸਰਕਾਰ, ਜੇ ਇਹ ਸਰਕਾਰ ਮੰਨ ਲੈ ਕਿ ਐਕਸਾਈਜ਼ ਡਿਊਟੀ ਤੋਂ ਵੱਡੀ ਇਨਕਮ ਪੰਜਾਬ ਨੂੰ ਕੋਈ ਨਹੀਂ ਹੈਗੀ, ਔਰ ਅਸੀਂ ਪੰਚਾਇਤਾਂ ਆਪਦੇ ਰੈਜ਼ੋਲੂਸ਼ਨ ਪਾ ਰਹੀਆਂ ਕਿ ਸਾਡੇ ਠੇਕੇ ਬੰਦ ਕਰ ਦਿੱਤੇ ਜਾਣ, ਹਰੇਕ ਪੰਚਾਇਤ ਨੂੰ ਰਾਈਟ ਹੈ, ਪੰਚਾਇਤ ਦਾ ਰੈਜ਼ੋਲੂਸ਼ਨ ਪਾਉਣ ਦੇ ਬਾਵਜੂਦ ਵੀ ਠੇਕੇ ਬੰਦ ਨਹੀਂ, ਕਿਉਂਕਿ ਸਾਡੀ ਐਕਸਾਈਜ਼ ਡਿਊਟੀ ਘਟ ਜਾਏਗੀ। ਜਿਨ੍ਹਾਂ ਸਰਕਾਰਾਂ ਦੇ ਇਸ ਤਰ੍ਹਾਂ ਦੇ ਰੁਝਾਨ ਹੋਣ, ਆਮਦਨ ਦੇ ਸਾਧਨ ਹੋਣ, ਉਹਨਾਂ ਤੋਂ ਅਸੀਂ ਆਸ ਨਹੀਂ ਕਰ ਸਕਦੇ। ਸਾਨੂੰ ਆਪ ਨੂੰ ਆਪਣਾ ਮਰਨ, ਜੋ ਮਨਜੀਤ ਜੀ ਕਹਿੰਦੇ, ਜੋ ਅਸੀਂ ਕਿਸਾਨੀ ਦੇ ਵਿੱਚ ਕਰ ਦਿਖਾਇਆ, ਇਹ ਸਾਰੇ ਸਮਾਜ ਨੂੰ ਬਦਲਣ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਬੀੜਾ ਚੁੱਕਣਾ ਪਵੇਗਾ। ਸਾਰਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ, ਫਿਰ ਅਸੀਂ ਇਸ ਸਮਾਜ ਨੂੰ ਜਿਹੜਾ ਹੈਗਾ ਠੀਕ ਲੀਹਾਂ ਤੇ ਜਾ ਕੇ ਇੱਕ ਸਭਿਅਕ ਸਮਾਜ ਕਰ ਸਕਾਂਗੇ। ਫਿਰ ਇਹਨਾਂ ਅਲਾਮਤ ਠੀਕ ਹੈ, ਬਹੁਤ ਵਧੀਆ ਗੱਲ ਹੈ ਕਿ ਸਾਰਿਆਂ ਨੂੰ ਮਿਲ ਕੇ ਜਿਹੜਾ ਉਪਰਾਲਾ ਕਰਨ ਦੀ ਲੋੜ ਹੈ, ਔਰ ਖਾਸ ਤੌਰ ਤੇ ਜਿਹੜਾ ਕੋਈ ਨਸ਼ੇ ਦੀ ਇਸ ਅਲਾਮਤ ਦੇ ਵਿੱਚ ਹੈ ਤਾਂ ਉਹਨੂੰ ਵਿਲ ਪਾਵਰ ਬਹੁਤ ਵੱਡਾ ਇੱਕ ਰੋਲ ਪਲੇ ਕਰ ਸਕਦੀ ਹੈ। ਸਾਰੇ ਮਹਿਮਾਨਾਂ ਦਾ ਧੰਨਵਾਦ, ਸਾਡੇ ਕੋਲ ਸਮਾਂ ਇੰਨਾ ਸੀ ਤਾਂ ਬਹੁਤ ਵਧੀਆ ਗੱਲਬਾਤ ਕੀਤੀ ਹੈ। ਧੰਨਵਾਦ ਕਰਦੀ ਹੈ ਡਾਕਟਰ ਤਰਲੋਚਨ ਸਿੰਘ ਸੀ ਸਾਡੇ ਨਾਲ, ਪ੍ਰੋਫੈਸਰ ਮਨਜੀਤ ਸਿੰਘ ਸੀ, ਪ੍ਰਿੰਸੀਪਲ ਕੁਲਦੀਪ ਸਿੰਘ ਕਲਸੀ ਜੀ ਸੀ ਸਾਡੇ ਨਾਲ। ਸਾਰੇ ਮਹਿਮਾਨਾਂ ਦਾ ਧੰਨਵਾਦ ਆਪਣਾ ਸਮਾਂ ਦੇਣ ਦੇ ਲਈ ਤੇ ਅਣਮੁੱਲੇ ਜਿਹੜੇ ਵਿਚਾਰ ਰੱਖਣ ਦੇ ਲਈ। ਤੇ ਆਸ ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਬਹੁਤ ਇਸ ਡਿਬੇਟ ਤੋਂ ਕੋਈ ਸਾਰਥਕ ਚੀਜ਼ਾਂ ਜ਼ਰੂਰ ਉਹਨਾਂ ਦੇ ਸਾਹਮਣੇ ਆਈਆਂ ਹੋਣਗੀਆਂ। ਤੇ ਲਗਾਤਾਰ ਬਣੇ ਰਹੋ ਫਾਸਟ ਨਿਊਜ਼ ਦੇ ਨਾਲ। ਧੰਨਵਾਦ।